ਰਸੂਲਾਂ ਦੇ ਕਰਤੱਵ ਅਧਿਆਇ 7। ਤਦ ਸਰਦਾਰ ਜਾਜਕ ਨੇ ਪੁੱਛਿਆ ਕਿ ਇਹ ਗੱਲਾਂ ਇਵੇਂ ਹਨ? ਤਾਂ ਉਹ ਬੋਲਿਆ, ਹੇ ਭਾਈਓ ਅਤੇ ਹੇ ਪਿੱਤਰੋ, ਸੁਣੋ। ਸਾਡੇ ਪਿਤਾ ਅਬਰਾਹਮ ਨੂੰ ਹਰਾਨ ਵਿੱਚ ਵਸਣ ਤੋਂ ਅੱਗੇ, ਜਦ ਉਹ ਮਿਸੋਪੋਤਾਮੀਆ ਵਿੱਚ ਸੀ, ਤੇਜ ਰੂਪ ਵਿਖਾਈ ਦਿੱਤਾ ਅਤੇ ਉਹਨੂੰ ਆਖਿਆ, ਤੂੰ ਆਪਣਾ ਦੇਸ਼ ਅਤੇ ਆਪਣੇ ਸਾਕਾਂ ਵਿੱਚੋਂ ਨਿਕਲ ਕੇ ਉਸ ਦੇਸ਼ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚਲਿਆ ਆ। ਤਦ ਉਹ ਕਲਦੀਆਂ ਦੇ ਦੇਸ਼ ਤੋਂ ਨਿਕਲ ਕੇ ਹਰਾਨ ਵਿੱਚ ਜਾ ਵਸਿਆ ਅਤੇ ਉਹਦੇ ਪਿਓ ਦੇ ਮਰਨ ਪਿੱਛੋਂ ਪਰਮੇਸ਼ਰ ਨੇ ਉਹਨੂੰ ਉੱਥੋਂ ਲਿਆ ਕੇ ਐਸ ਦੇਸ਼ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ। ਇਹਦੇ ਵਿੱਚ ਕੁਝ ਅਧਿਕਾਰ ਸਗੋਂ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ, ਪਰ ਉਹਨੇ ਕਰਾਰ ਕੀਤਾ, ਜੋ ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਪਿੱਛੋਂ ਤੇਰੀ ਅੰਸ ਨੂੰ ਦਿਆਂਗਾ, ਭਾਵੇਂ ਉਹਦਾ ਬਾਲਕ ਅਜੇ ਹੈ ਨਹੀਂ ਸੀ। ਪਰਮੇਸ਼ਰ ਨੇ ਇਉਂ ਆਖਿਆ, ਭਈ ਤੇਰੀ ਅੰਸ ਪ੍ਰਦੇਸ਼ ਵਿੱਚ ਜਾ ਰਹੇਗੀ ਅਤੇ ਉਹ ਉਸ ਨੂੰ ਗੁਲਾਮ ਬਣਾ ਕੇ ਰੱਖਣਗੇ ਔਰ 400 ਵਰ੍ਹਿਆਂ ਤੱਕ ਦੁੱਖ ਦੇਣਗੇ। ਫਿਰ ਪਰਮੇਸ਼ਰ ਨੇ ਆਖਿਆ, ਮੈਂ ਉਸ ਕੌਮ ਉੱਤੇ ਜਿਹਦੇ ਉਹ ਗੁਲਾਮ ਹੋਣਗੇ ਡੰਦ ਲਾਵਾਂਗਾ ਔਰ ਉਹਦੇ ਪਿੱਛੋਂ ਉਹ ਨਿਕਲ ਆਉਣਗੇ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ। ਅਤੇ ਉਸਨੇ ਉਹਦੇ ਨਾਲ ਸੁਨਤ ਦਾ ਨੇਮ ਕੀਤਾ। ਸੋ ਇਸ ਤਰ੍ਹਾਂ ਉਹਦੇ ਇਸਾਕ ਜੰਮਿਆ ਅਤੇ ਉਹਨੇ 8ਵੇਂ ਦਿਨ ਉਹਦੀ ਸੁਨਤ ਕੀਤੀ। ਅਤੇ ਇਸਾਕ ਦੇ ਯਕੂਬ ਔਰ ਯਕੂਬ ਦੇ 12 ਗੋਤਾਂ ਦੇ ਸਰਦਾਰ ਜੰਮੇ ਅਤੇ ਉਹਨਾਂ ਸਰਦਾਰਾਂ ਨੇ ਯੂਸਫ ਨਾਲ ਖੁਣਸ ਕਰਕੇ ਉਹਨੂੰ ਵੇਚ ਦਿੱਤਾ ਕਿ ਮਿਸਰ ਵਿੱਚ ਲੈ ਜਾਣ, ਪਰ ਪਰਮੇਸ਼ਰ ਉਹਦੇ ਨਾਲ ਸੀ ਅਤੇ ਉਹ ਉਹਦੇ ਸਾਰੇ ਕਸ਼ਟਾਂ ਤੋਂ ਛੁਡਾਇਆ ਅਤੇ ਉਹਨੂੰ ਮਿਸਰ ਦੇ ਪਾਤਸ਼ਾਹ ਫਿਰੌਨ ਦੇ ਸਾਹਮਣੇ ਕਿਰਪਾ ਔਰ ਬੁੱਧ ਦਿੱਤੀ ਅਤੇ ਉਸਨੇ ਉਹਨੂੰ ਮਿਸਰ ਦਾ ਅਤੇ ਆਪਣੇ ਸਾਰੇ ਘਰਾਣੇ ਦਾ ਹਾਕਮ ਬਣਾਇਆ। ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ ਔਰ ਵੱਡਾ ਕਸ਼ਟ ਆਇਆ ਅਤੇ ਸਾਡੇ ਪਿਓ ਦਾਦਿਆਂ ਨੂੰ ਅੰਨ ਨਹੀਂ ਸੀ ਲੱਭਦਾ। ਪਰ ਜਦ ਯਕੂਬ ਨੇ ਸੁਣਿਆ ਭਈ ਮਿਸਰ ਵਿੱਚ ਅਨਾਜ ਹੈ, ਤਾਂ ਸਾਡੇ ਪਿਓ ਦਾਦਿਆਂ ਨੂੰ ਪਹਿਲੀ ਵਾਰ ਘੱਲਿਆ ਅਤੇ ਦੂਈ ਵਾਰ ਭਾਈਆਂ ਉੱਤੇ ਯੂਸਫ ਪ੍ਰਗਟ ਹੋ ਗਿਆ ਔਰ ਯੂਸਫ ਦਾ ਘਰਾਣਾ ਫਿਰੌਨ ਨੂੰ ਮਾਲੂਮ ਹੋ ਗਿਆ। ਤਦ ਯੂਸਫ ਨੇ ਆਪਣੇ ਪਿਓ ਯਕੂਬ ਨੂੰ ਅਤੇ ਆਪਣੇ ਸਾਰੇ ਕੋੜਮੇ ਨੂੰ, ਜੋ 75 ਪ੍ਰਾਣੀ ਸਨ, ਮੰਗਾ ਲਿਆ। ਸੋ ਯਕੂਬ ਮਿਸਰ ਵਿੱਚ ਗਿਆ ਅਤੇ ਉਹ ਆਪ ਮਰ ਗਿਆ ਔਰ ਸਾਡੇ ਪਿਓ ਦਾਦੇ ਵੀ, ਅਤੇ ਉਹ ਸ਼ਕਮ ਵਿੱਚ ਪਹੁੰਚਾਏ ਗਏ ਔਰ ਉਸ ਕਬਰਿਸਤਾਨ ਵਿੱਚ ਦੱਬੇ ਗਏ ਜਿਹੜਾ ਅਬਰਾਹਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤਰਾਂ ਤੋਂ ਰੁਪਏ ਦੇ ਕੇ ਮੁੱਲ ਲਿਆ ਸੀ। ਪਰ ਜਾਂ ਉਸ ਕਰਾਰ ਦਾ ਵੇਲਾ ਜਿਹਦਾ ਪਰਮੇਸ਼ਰ ਨੇ ਅਬਰਾਹਮ ਨਾਲ ਨੇਮ ਕੀਤਾ ਸੀ ਨੇੜੇ ਆਇਆ, ਤਾਂ ਉਹ ਲੋਕ ਮਿਸਰ ਵਿੱਚ ਵਧਣ ਅਤੇ ਬਹੁਤ ਹੋਣ ਲੱਗੇ। ਉਸ ਵੇਲੇ ਤੀਕਰ ਕਿ ਮਿਸਰ ਦਾ ਇੱਕ ਹੋਰ ਪਾਤਸ਼ਾਹ ਹੋਇਆ ਜਿਹੜਾ ਯੂਸਫ ਨੂੰ ਨਾ ਜਾਣਦਾ ਸੀ। ਉਹਨੇ ਸਾਡੀ ਕੌਮ ਨਾਲ ਚਤਰਾਈ ਕਰਕੇ ਸਾਡੇ ਪਿਓ ਦਾਦਿਆਂ ਨੂੰ ਤੰਗ ਕੀਤਾ, ਭਈ ਉਹ ਆਪਣੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਕਿ ਜਿਉਂਦੇ ਨਾ ਰਹਿਣ। ਉਸ ਸਮੇਂ ਮੂਸਾ ਜੰਮਿਆ ਜੋ ਅਤ ਸੋਹਣਾ ਸੀ। ਉਹ 3 ਮਹੀਨਿਆਂ ਤੀਕਰ ਆਪਣੇ ਪਿਓ ਦੇ ਘਰ ਵਿੱਚ ਪਲਦਾ ਰਿਹਾ ਔਰ ਜਾਂ ਉਹ ਬਾਹਰ ਸੁੱਟਿਆ ਗਿਆ ਤਾਂ ਫਿਰੌਨ ਦੀ ਧੀ ਨੇ ਉਹਨੂੰ ਉਠਾ ਲਿਆ ਅਤੇ ਉਹਨੂੰ ਆਪਣਾ ਪੁੱਤਰ ਕਰਕੇ ਪਾਲਿਆ। ਸੋ ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਆਪਣੇ ਬਚਨਾਂ ਅਤੇ ਕਰਨੀਆਂ ਵਿੱਚ ਸਮਰਥ ਸੀ। ਜਦ ਉਹ 40 ਵਰ੍ਹਿਆਂ ਦਾ ਹੋਣ ਲੱਗਾ, ਤਦ ਉਹਦੇ ਮਨ ਵਿੱਚ ਆਇਆ, ਭਈ ਮੈਂ ਜਾ ਕੇ ਆਪਣੇ ਭਾਈ ਇਸਰਾਏਲੀਆਂ ਦੀ ਖਬਰ ਲਵਾਂ। ਤਦ ਇੱਕ ਉੱਤੇ ਵਾਧਾ ਹੁੰਦਾ ਵੇਖ ਕੇ ਉਹਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਜਾਨੋਂ ਮਾਰਿਆ ਔਰ ਜਿਹਦੇ ਨਾਲ ਜ਼ੋਰਾਵਰੀ ਹੋਈ ਸੀ ਉਹਦਾ ਵੱਟਾ ਲਿਆ। ਤਾਂ ਉਸਨੇ ਸੋਚਿਆ, ਭਈ ਮੇਰੇ ਭਾਈ ਸਮਝਣਗੇ ਜੋ ਪਰਮੇਸ਼ਰ ਮੇਰੇ ਹੱਥੀਂ ਉਹਨਾਂ ਨੂੰ ਛੁਟਕਾਰਾ ਦੇਣ ਲੱਗਾ ਹੈ, ਪਰ ਉਹ ਨਾ ਸਮਝੇ। ਫਿਰ ਅਗਲੇ ਪਲਕ ਜਦੋਂ ਲੜਦੇ ਸਨ ਤਾਂ ਉਹਨਾਂ ਨੂੰ ਵਿਖਾਈ ਦਿੱਤਾ ਅਤੇ ਇਹ ਕਹਿ ਕੇ ਉਹਨਾਂ ਵਿੱਚ ਮੇਲ ਕਰਾਉਣ ਚਾਹਿਆ ਕਿ ਇਹ ਪੁਰਖੋ, ਤੁਸੀਂ ਤਾਂ ਭਾਈ ਹੋ, ਕਿਉਂ ਇੱਕ ਦੂਏ ਉੱਤੇ ਵਾਅਦਾ ਕਰਦੇ ਹੋ? ਪਰ ਜਿਹੜਾ ਆਪਣੇ ਗੁਆਂਢੀ ਉੱਤੇ ਵਾਅਦਾ ਕਰਦਾ ਸੀ, ਉਸਨੇ ਉਹਨੂੰ ਧੱਕਾ ਦੇ ਕੇ ਆਖਿਆ, ਭਈ ਤੈਨੂੰ ਕਿਨ ਸਾਡੇ ਉੱਤੇ ਹਾਕਮ ਅਤੇ ਨਿਆਈ ਬਣਾਇਆ ਹੈ? ਭਲਾ ਤੂੰ ਮੈਨੂੰ ਵੀ ਮਾਰਿਆ ਚਾਹੁੰਦਾ ਹੈ, ਜਿਵੇਂ ਤੈਂ ਕੱਲ ਉਸ ਮਿਸਰੀ ਨੂੰ ਮਾਰ ਸੁੱਟਿਆ ਸੀ? ਇਸ ਗੱਲ ਉੱਤੇ ਮੂਸਾ ਭੱਜ ਗਿਆ ਅਤੇ ਮਿਦਿਆਨ ਦੇਸ਼ ਵਿੱਚ ਜਾ ਰਿਹਾ। ਉੱਥੇ ਉਹਦੇ 2 ਪੁੱਤਰ ਜੰਮੇ ਅਤੇ ਜਾਂ 40 ਵਰ੍ਹੇ ਬੀਤ ਗਏ ਤਾਂ ਸਿਨਈ ਦੇ ਪਹਾੜ ਦੀ ਉਜਾੜ ਵਿੱਚ ਇੱਕ ਦੂਤ ਅੱਗ ਦੀ ਲੋਹ ਵਿੱਚ ਝਾੜੀ ਵਿੱਚੋਂ ਉਹਨੂੰ ਵਿਖਾਈ ਦਿੱਤਾ। ਮੂਸਾ ਨੇ ਵੇਖ ਕੇ ਉਸ ਦਰਸ਼ਨ ਤੋਂ ਅਚਰਜ ਮੰਨਿਆ ਅਤੇ ਜਾ ਤੱਕਣ ਲਈ ਨੇੜੇ ਢੁੱਕਿਆ ਤਾਂ ਪ੍ਰਭੂ ਦੀ ਆਵਾਜ਼ ਆਈ, ਭਈ ਮੈਂ ਤੇਰੇ ਪਿਓ ਦਾਦਿਆਂ ਦਾ ਪਰਮੇਸ਼ਰ ਹਾਂ, ਅਬਰਾਹਮ ਦਾ ਅਤੇ ਇਸਹਾਕ ਦਾ ਅਤੇ ਯਕੂਬ ਦਾ ਪਰਮੇਸ਼ਰ। ਤਦ ਮੂਸਾ ਕੰਬ ਉੱਠਿਆ ਅਤੇ ਉਹਨੂੰ ਤੱਕਣ ਦਾ ਹਿਆਉ ਨਾ ਪਿਆ। ਤਦ ਪ੍ਰਭੂ ਨੇ ਉਹਨੂੰ ਆਖਿਆ ਕਿ ਆਪਣੀਆਂ ਪੈਰਾਂ ਦੀ ਜੁੱਤੀ ਲਾਹ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਹੈ ਪਵਿੱਤਰ ਧਰਤੀ ਹੈ। ਮੈਂ ਦ੍ਰਿਸ਼ਟ ਕਰਕੇ ਆਪਣੇ ਲੋਕਾਂ ਦਾ ਜਿਹੜੇ ਮਿਸਰ ਵਿੱਚ ਹਨ ਕਸ਼ਟ ਵੇਖਿਆ ਅਤੇ ਮੈਂ ਉਹਨਾਂ ਦੇ ਹੌਕੇ ਸੁਣ ਕੇ ਉਹਨਾਂ ਨੂੰ ਛਡਾਉਣ ਉਤਰਿਆ ਹਾਂ। ਸੋ ਹੁਣ ਆ, ਮੈਂ ਤੈਨੂੰ ਮਿਸਰ ਵਿੱਚ ਘੱਲਾਂਗਾ।
ਉਸੇ ਮੂਸਾ ਨੂੰ ਜਿਸ ਤੋਂ ਉਹਨਾਂ ਨੇ ਇਨਕਾਰ ਕਰਕੇ ਕਿਹਾ, ਜੋ ਤੈਨੂੰ ਕਿਹਨੇ ਹਾਕਮ ਅਤੇ ਨਿਆਈ ਬਣਾਇਆ? ਉਸੇ ਨੂੰ ਪਰਮੇਸ਼ਰ ਨੇ ਉਸ ਦੂਤ ਦੇ ਹੱਥੀਂ, ਜੋ ਉਹਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ, ਹਾਕਮ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਘੱਲਿਆ। ਇਹ ਮਨੁੱਖ ਮਿਸਰ ਵਿੱਚ ਅਤੇ ਲਾਲ ਸਮੁੰਦਰ ਵਿੱਚ ਅਤੇ ਉਜਾੜ ਵਿੱਚ 40 ਵਰ੍ਹਿਆਂ ਤੀਕਰ ਅਚੰਭੇ ਅਤੇ ਨਿਸ਼ਾਨ ਵਿਖਾ ਕੇ ਉਹਨਾਂ ਨੂੰ ਕੱਢ ਲਿਆਇਆ। ਇਹੋ ਮੂਸਾ ਹੈ ਜਿਨ ਇਸਰਾਏਲੀਆਂ ਦੀਆਂ ਪੁੱਤਰਾਂ ਨੂੰ ਆਖਿਆ, ਭਈ ਪਰਮੇਸ਼ਰ ਤੁਹਾਡੇ ਭਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਮਨੁੱਖ ਖੜਾ ਕਰੇਗਾ। ਇਹ ਉਹ ਹੈ ਜੋ ਉਜਾੜ ਦੀ ਕਲੀਸਿਆ ਵਿੱਚ ਉਸ ਦੂਤ ਦੇ ਸੰਗ, ਜਿਹੜਾ ਸਿਨਈ ਦੇ ਪਹਾੜ ਉੱਤੇ ਉਹਦੇ ਨਾਲ ਬੋਲਿਆ ਅਤੇ ਸਾਡੇ ਪਿਓ ਦਾਦਿਆਂ ਦੇ ਸੰਗ ਸੀ, ਅਤੇ ਉਸ ਨੇ ਜਿਉਂਦੇ ਬਚਨ ਪਾਏ ਭਈ ਸਾਨੂੰ ਸੌਂਪ ਦੇਵੇ। ਪਰ ਸਾਡੇ ਪਿਓ ਦਾਦਿਆਂ ਨੇ ਉਹਦੇ ਅਧੀਨ ਹੋਣਾ ਨਾ ਚਾਹਿਆ, ਸਗੋਂ ਉਹਨੂੰ ਧੱਕਾ ਦਿੱਤਾ ਅਤੇ ਉਹਨਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ। ਅਤੇ ਉਹਨਾਂ ਹरून ਨੂੰ ਆਖਿਆ, ਭਈ ਸਾਡੇ ਲਈ ਠਾਕਰ ਬਣਾ, ਜਿਹੜੇ ਸਾਡੇ ਅੱਗੇ ਅੱਗੇ ਚੱਲਣ, ਕਿਉਂ ਜੋ ਉਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ, ਸਾਨੂੰ ਪਤਾ ਨਹੀਂ ਭਈ ਉਹਨੂੰ ਕੀ ਹੋਇਆ। ਅਤੇ ਉਹਨੇ ਦਿਨ ਉਹਨਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਮੂਰਤ ਨੂੰ ਬਲੀਦਾਨ ਚੜਾਇਆ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ। ਪਰ ਪਰਮੇਸ਼ਰ ਉਹਨਾਂ ਤੋਂ ਫਿਰ ਗਿਆ ਅਤੇ ਉਸ ਨੂੰ ਛੱਡ ਦਿੱਤਾ ਕਿ ਆਕਾਸ਼ ਦੀ ਸੈਨਾ ਨੂੰ ਪੂਜਣ, ਜਿਵੇਂ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ, ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਮੈਨੂੰ ਉਜਾੜ ਵਿੱਚ 40 ਵਰ੍ਹੇ ਪਸ਼ੂ ਭੇਡ ਅਤੇ ਬਲੀਦਾਨ ਚੜਾਏ? ਅਰ ਤੁਸੀਂ ਮੋਲਖ ਦੇ ਤੰਬੂ ਅਤੇ ਰਿਫਾਨ ਦਿਓਤੇ ਦੇ ਤਾਰੇ ਨੂੰ, ਅਰਥਾਤ ਉਹਨਾਂ ਮੂਰਤਾਂ ਨੂੰ ਚੁੱਕੀ ਫਿਰਦੇ ਸੋ, ਜਿਹੜੀਆਂ ਤੁਸੀਂ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਾਬਲ ਤੋਂ ਪਰੇ ਲਿਜਾ ਕੇ ਵਸਾਵਾਂਗਾ। ਸਾਖੀ ਦਾ ਤੰਬੂ ਉਜਾੜ ਵਿੱਚ ਸਾਡੇ ਪਿਓ ਦਾਦਿਆਂ ਦੇ ਕੋਲ ਸੀ, ਜਿਵੇਂ ਉਸਨੇ ਆਗਿਆ ਦਿੱਤੀ, ਜਿਨ ਮੂਸਾ ਨੂੰ ਆਖਿਆ ਸੀ, ਭਈ ਉਹਨੂੰ ਉਸ ਖਾਕੇ ਉੱਤੇ ਬਣਾ ਜੋ ਤੈਂ ਵੇਖਿਆ ਹੈ। ਅਤੇ ਉਸ ਨੂੰ ਸਾਡੇ ਪਿਓ ਦਾਦੇ ਅਗਲਿਆਂ ਤੋਂ ਪਾ ਕੇ ਯੋਸ਼ੂਆ ਦੇ ਨਾਲ ਤਦ ਇੱਥੇ ਲਿਆਏ, ਜਦ ਉਹਨਾਂ ਕੌਮਾਂ ਦੀ ਮਿਲਕ ਪਾਈ ਜਿਨ੍ਹਾਂ ਨੂੰ ਪਰਮੇਸ਼ਰ ਨੇ ਸਾਡੇ ਪਿਓ ਦਾਦਿਆਂ ਦੇ ਅੱਗਿਓਂ ਕੱਢ ਦਿੱਤਾ। ਅਤੇ ਉਹ ਦਾਊਦ ਦੇ ਦਿਨਾਂ ਤੱਕ ਰਿਹਾ। ਉਹਨੇ ਪਰਮੇਸ਼ਰ ਦੇ ਹਜ਼ੂਰੋਂ ਕਿਰਪਾ ਪਾ ਕੇ ਚਾਹਿਆ, ਜੋ ਯਾਕੂਬ ਦੇ ਪਰਮੇਸ਼ਰ ਦੇ ਲਈ ਇੱਕ ਸਥਾਨ ਬਣਾਵੇ। ਪਰ ਸੁਲੇਮਾਨ ਨੇ ਉਹਦੇ ਲਈ ਇੱਕ ਭਵਨ ਬਣਾਇਆ, ਪਰ ਅਤ ਮਹਾਨ ਹੱਥਾਂ ਦੀਆਂ ਬਣੀਆਂ ਹੋਈਆਂ ਹੈਕਲਾਂ ਵਿੱਚ ਨਹੀਂ ਵਸਦਾ। ਜਿਵੇਂ ਨਬੀ ਕਹਿੰਦਾ ਹੈ, ਆਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਪ੍ਰਭੂ ਆਖਦਾ ਹੈ, ਜਾਂ ਕਿਹੜਾ ਥਾਂ ਮੇਰੇ ਆਰਾਮ ਦਾ ਹੈ? ਕੀ ਮੇਰੇ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ? ਹੇ ਹੱਠੀ ਅਤੇ ਮਨ ਔਰ ਕੰਨ ਦੇ ਬੇਸੁੰਨਤੀ ਲੋਕੋ, ਤੁਸੀਂ ਸਦਾ ਪਵਿੱਤਰ ਆਤਮਾ ਦਾ ਸਾਹਮਣਾ ਕਰਦੇ ਹੋ, ਜਿਵੇਂ ਤੁਹਾਡੇ ਪਿਓ ਦਾਦਿਆਂ ਨੇ ਕੀਤਾ, ਤਿਹਾ ਤੁਸੀਂ ਵੀ ਕਰਦੇ ਹੋ। ਨਬੀਆਂ ਵਿੱਚੋਂ ਕਿਹਨੂੰ ਤੁਹਾਡੇ ਪਿਓ ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਹਨਾਂ ਨੇ ਉਸ ਧਰਮੀ ਦੇ ਆਉਣ ਦੇ ਖਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ, ਜਿਹਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ। ਤੁਸੀਂ ਸ਼ਰ੍ਹਾ ਨੂੰ, ਜਿਹੜੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ, ਪਾਇਆ, ਪਰ ਉਹਦੀ ਪਾਲਣਾ ਨਾ ਕੀਤੀ। ਇਹ ਗੱਲਾਂ ਸੁਣਦੇ ਹੀ ਉਹ ਮਨ ਵਿੱਚ ਸੜ ਗਏ ਅਤੇ ਉਸ ਉੱਤੇ ਦੰਦ ਪੀਣ ਲੱਗੇ। ਔਰ ਉਹਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਆਕਾਸ਼ ਦੀ ਵੱਲ ਨਜ਼ਰ ਲਾਈ ਹੋਈ ਪਰਮੇਸ਼ਰ ਦਾ ਤੇਜ ਅਤੇ ਯਿਸੂ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜਾ ਵੇਖਿਆ ਅਤੇ ਕਿਹਾ, ਵੇਖੋ, ਮੈਂ ਆਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜਾ ਵੇਖਦਾ ਹਾਂ। ਪਰ ਉਹਨਾਂ ਨੇ ਉੱਚੀ ਆਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕੀਤੇ ਅਤੇ ਇੱਕ ਮਨ ਹੋ ਕੇ ਉਹਦੇ ਉੱਤੇ ਟੁੱਟ ਪਏ ਅਤੇ ਸ਼ਹਿਰੋਂ ਬਾਹਰ ਕੱਢ ਕੇ ਉਹਨੂੰ ਪਥਰਾ ਕੀਤਾ। ਔਰ ਗਵਾਹਾਂ ਨੇ ਆਪਣੇ ਬਸਤਰ ਸਲੂਸ ਨਾਮੇ ਇੱਕ ਜਵਾਨ ਦੇ ਪੈਰਾਂ ਕੋਲ ਲਾ ਕੇ ਰੱਖ ਦਿੱਤੇ। ਸੋ ਉਹਨਾਂ ਨੇ ਇਸਤਫਾਨ ਨੂੰ ਪਥਰਾ ਕੀਤਾ, ਜੋ ਬੇਨਤੀ ਕਰਦਾ ਅਤੇ ਇਹ ਆਖਦਾ ਸੀ ਕਿ ਹੇ ਪ੍ਰਭੂ ਯਿਸੂ, ਮੇਰੀ ਆਤਮਾ ਨੂੰ ਆਪਣੇ ਕੋਲ ਲੈ ਲੈ। ਫਿਰ ਉਹ ਗੋਡੇ ਟੇਕ ਕੇ ਉੱਚੀ ਬੋਲਿਆ ਕਿ ਹੇ ਪ੍ਰਭੂ, ਇਹ ਪਾਪ ਉਹਨਾਂ ਦੇ ਜੁੰਮੇ ਨਾ ਲਾ। ਅਤੇ ਇਹ ਕਹਿ ਕੇ ਉਹ ਸੌਂ ਗਿਆ। ਔਰ ਸੌਲੂਸ ਉਹਦੇ ਮਾਰ ਦੇਣ ਉੱਤੇ ਰਾਜੀ ਸੀ।